ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 10ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪੇਪਰ A ਦੇ ਪਾਠਕ੍ਰਮ ਵਿੱਚ ਸ਼ਾਮਿਲ ਸੂਫੀ ਕਾਵ ਦੇ ਕਵੀ ਸਾਈਂ ਬੁੱਲੇ ਸ਼ਾਹ ਦੀਆਂ ਕਾਫੀਆਂ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਸੂਫੀ ਕਾਵਧਾਰਾ ਕੀ ਹੈ। ਸੂਫੀ ਕਾਵਧਾਰਾ ਪੰਜਾਬੀ ਸਾਹਿਤ ਦੀ ਇੱਕ ਪ੍ਰਮੁੱਖ ਕਾਵਧਾਰਾ ਹੈ। ਇਹ ਕਾਵਧਾਰਾ ਪਿਛਲੇ ਮੁਗਲ ਕਾਲ ਵਿੱਚ ਬੁੱਲੇ ਸ਼ਾਹ ਦੀ ਕਵਿਤਾ ਨਾਲ ਆਪਣੇ ਸਿਖਰ ਉੱਤੇ ਪਹੁੰਚਦੀ ਹੈ। ਸਾਈਂ ਬੁੱਲੇ ਸ਼ਾਹ ਜੀ ਦਾ ਜਨਮ 1680 ਈਸਵੀ ਵਿੱਚ ਪਿੰਡ ਪਾਂਡੋਕੇ ਜ਼ਿਲ੍ਹਾ ਲਾਹੌਰ ਵਿਖੇ ਪਿਤਾ ਮੀਆਂ ਸੈयद ਮੁਹੰਮਦ ਦਰਵੇਸ਼ ਦੇ ਘਰ ਹੋਇਆ। ਆਪ ਜੀ ਦੇ ਪਿਤਾ ਜੀ ਇੱਕ ਧਾਰਮਿਕ ਅਧਿਆਪਕ ਸਨ। ਬੁੱਲੇ ਸ਼ਾਹ ਜੀ ਨੂੰ ਦਰਵੇਸ਼ੀ ਅਤੇ ਫਕੀਰੀ ਸੁਭਾਅ ਆਪਣੇ ਪਿਤਾ ਪਾਸੋਂ ਵਿਰਸੇ ਵਿੱਚੋਂ ਮਿਲਿਆ ਸੀ। ਬਚਪਨ ਵਿੱਚ ਬੁੱਲੇ ਸ਼ਾਹ ਨੇ ਘਰ ਦੇ ਸਾਰੇ ਕੰਮ ਕੀਤੇ, ਡੰਗਰ ਵੀ ਚਾਰੇ। ਮੁੱਢਲੀ ਵਿਦਿਆ ਪਿੰਡ ਦੇ ਮਦਰਸੇ ਵਿੱਚੋਂ ਹਾਸਲ ਕੀਤੀ ਅਤੇ ਫਿਰ ਉਚੇਰੀ ਵਿਦਿਆ ਪ੍ਰਾਪਤ ਕਰਨ ਲਈ ਉਹ ਕਸੂਰ ਵਿਖੇ ਹਜ਼ਰਤ ਗੁਲਾਮ ਮੁਰਤਜ਼ਾ ਕੋਲ ਪਹੁੰਚੇ। ਜਵਾਨੀ ਵਿੱਚ ਪੈਰ ਰੱਖਦਿਆਂ ਹੀ ਆਪ ਅੰਦਰ ਫਕੀਰੀ ਦਾ ਸ਼ੌਂਕ ਜਾਗ ਪਿਆ। ਆਪ ਗੁਰੂ ਦੀ ਭਾਲ ਕਰਦੇ ਕਰਦੇ ਲਾਹੌਰ ਪਹੁੰਚੇ, ਜਿੱਥੇ ਆਪ ਦਾ ਮੇਲ ਇਨਾਇਤ ਸ਼ਾਹ ਕਾਦਰੀ ਜੀ ਨਾਲ ਹੋਇਆ। ਇਨਾਇਤ ਸ਼ਾਹ ਜਾਤ ਦੇ ਅਰਾਈ ਸਨ ਅਤੇ ਬੁੱਲੇ ਸ਼ਾਹ ਜਾਤ ਦੇ ਸੈयद ਸਨ। ਬੁੱਲੇ ਸ਼ਾਹ ਦੇ ਸਾਕ ਸੰਬੰਧੀਆਂ ਨੇ ਉਸ ਦੇ ਨੀਵੀਂ ਜਾਤੀ ਦੇ ਵਿਅਕਤੀ ਨੂੰ ਗੁਰੂ ਧਾਰਨ ਤੇ ਬੁਰਾ ਮਨਾਇਆ, ਪਰ ਗੁਰੂ ਪ੍ਰੇਮ ਵਿੱਚ ਰੰਗੇ ਬੁੱਲੇ ਸ਼ਾਹ ਨੇ ਜਵਾਬ ਦਿੱਤਾ ਸੀ ਕਿ ਜੇ ਕੋਈ ਸਾਨੂੰ ਸੈयद ਆਖੇ ਦੋਜ਼ਖ ਮਿਲਣ ਸਜਾਈਆਂ। ਬੁੱਲੇ ਸ਼ਾਹ ਆਪਣੇ ਸੂਫੀ ਵਿਚਾਰਾਂ ਕਾਰਨ ਸ਼ਰ੍ਹਾ ਦੀ ਕੋਈ ਪਰਵਾਹ ਨਹੀਂ ਸੀ ਕਰਦੇ। ਅਜਿਹਾ ਕਰਨ ਤੇ ਮੁਰਸ਼ਦ ਇਨਾਇਤ ਸ਼ਾਹ ਨੇ ਬੁੱਲੇ ਸ਼ਾਹ ਨੂੰ ਆਪਣੇ ਡੇਰੇ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀ। ਮੁਰਸ਼ਦ ਦੇ ਵਿਛੋੜੇ ਵਿੱਚ ਬੁੱਲੇ ਸ਼ਾਹ ਜੀ ਤੜਪ ਉੱਠੇ ਸਨ ਅਤੇ ਗਾਉਣ ਲੱਗੇ, ਮੈਂ ਤੈਂਡੇ ਕੁਰਬਾਨ ਵੇ ਵਿਹੜੇ ਆਵੜ ਮੇਰੇ, ਭਾਵੇਂ ਜਾਣ ਨਾ ਜਾਣ ਵੇ ਵਿਹੜੇ ਆਵੜ ਮੇਰੇ, ਤੇਰੇ ਜਿਹਾ ਮੈਨੂੰ ਹੋਰ ਨਾ ਕੋਈ, ਢੂੰਡੇ ਜੰਗਲ ਬੇਲੀ ਰੋਹੀ, ਢੂੰਡਿਆ ਮੈਂ ਸਾਰਾ ਜਹਾਨ ਵੇ ਵਿਹੜੇ ਆਵੜ ਮੇਰੇ। ਐਨੀ ਦਰਦ ਭਰੀ ਅਤੇ ਸੁਰੀਲੀ ਆਵਾਜ਼ ਸੁਣ ਕੇ ਮੁਰਸ਼ਦ ਇਨਾਇਤ ਸ਼ਾਹ ਰਹਿ ਨਾ ਸਕੇ ਅਤੇ ਉਹਨਾਂ ਨੇ ਬੁੱਲੇ ਸ਼ਾਹ ਨੂੰ ਮੁੜ ਆਪਣੇ ਗਲ ਨਾਲ ਲਾ ਲਿਆ। 1718 ਈਸਵੀ ਵਿੱਚ ਇਨਾਇਤ ਸ਼ਾਹ ਜੀ ਦੇ ਚਲਾਣੇ ਤੋਂ ਮਗਰੋਂ ਬੁੱਲੇ ਸ਼ਾਹ ਮੁਰਸ਼ਦ ਦੀ ਗੱਦੀ ਤੇ ਬਿਰਾਜਮਾਨ ਹੋਏ। 1758 ਈਸਵੀ ਵਿੱਚ ਆਪ ਜੀ ਦਾ ਦੇਹਾਂਤ ਹੋ ਗਿਆ। ਬੁੱਲੇ ਸ਼ਾਹ ਨੇ 156 ਕਾਫੀਆਂ, ਇੱਕ ਅਠਵਾਰਾ, ਇੱਕ ਬਾਰਾਂਮਾਹ, 3 ਛਿਹਰਫੀਆਂ, 48 ਦੋੜੇ ਅਤੇ 40 ਗੰਢਾਂ ਲਿਖੀਆਂ। ਆਪ ਜੀ ਦੀ ਕੁਝ ਰਚਨਾ ਅਣਛਪੀ ਵੀ ਹੈ। ਬੁੱਲੇ ਸ਼ਾਹ ਜੀ ਦੀ ਕਵਿਤਾ ਵਿੱਚ ਵਲਵਲਾ, ਰਾਗ, ਮਿਠਾਸ ਅਤੇ ਮਸਤੀ ਹੈ। ਹੁਣ ਅਸੀਂ 10ਵੀਂ ਜਮਾਤ ਦੇ ਪਾਠਕ੍ਰਮ ਵਿੱਚ ਸ਼ਾਮਿਲ ਸਾਈਂ ਬੁੱਲੇ ਸ਼ਾਹ ਦੀਆਂ ਰਚਨਾਵਾਂ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਰਚਨਾ ਨੂੰ ਪੜ੍ਹਾਂਗੇ, ਔਖੇ ਸ਼ਬਦਾਂ ਦੇ ਅਰਥ ਕਰਾਂਗੇ, ਕਾਵ ਸਤਰਾਂ ਦੀ ਵਿਆਖਿਆ ਕਰਾਂਗੇ ਅਤੇ ਕੇਂਦਰੀ ਭਾਵ ਵੀ ਕਰਾਂਗੇ। ਸਾਡੇ ਪਾਠਕ੍ਰਮ ਵਿੱਚ ਸ਼ਾਮਿਲ ਬੁੱਲੇ ਸ਼ਾਹ ਜੀ ਦੀ ਪਹਿਲੀ ਕਾਫੀ ਹੈ ਬੁੱਲਾ ਕੀ ਜਾਣਾ ਮੈਂ ਕੌਣ। ਇਸ ਕਾਫੀ ਵਿੱਚ ਬੁੱਲੇ ਸ਼ਾਹ ਜੀ ਆਪਣੀ ਆਤਮਾ ਦੀ ਅਸਲੀ ਅਤੇ ਅੰਦਰਲੀ ਮੈਂ ਨੂੰ
ਪਛਾਣਨ ਦੇ ਯਤਨ ਵਿੱਚ ਹੈ। ਉਹ ਅਨੁਭਵ ਕਰਦੇ ਹਨ ਕਿ ਉਸ ਦੀ ਮੈਂ ਧਾਰਮਿਕ ਰਹੁ ਰੀਤਾਂ, ਇਲਮ, ਸੰਸਾਰਿਕ ਰੰਗ ਤਮਾਸ਼ਿਆਂ ਅਤੇ ਹੋਰ ਸੰਸਾਰਿਕ ਕਾਰਗੁਜ਼ਾਰੀਆਂ ਵਿੱਚ ਕਿਤੇ ਵੀ ਨਹੀਂ, ਸਗੋਂ ਉਹ ਉਸ ਦੇ ਮਨ ਦੀ ਅੰਦਰਲੀ ਡੂੰਘਾਈ ਵਿੱਚ ਸਥਿਤ ਹੈ ਜੋ ਕੇਵਲ ਸ਼ੌ ਨੂੰ ਪਛਾਣਦੀ ਹੈ। ਬੁੱਲੇ ਸ਼ਾਹ ਜੀ ਕਹਿੰਦੇ ਹਨ, ਨਾ ਮੈਂ ਮੋਮਨ ਵਿੱਚ ਮਸੀਤਾਂ, ਨਾ ਮੈਂ ਕੁਫਰ ਈਮਾਨ ਦੀਆਂ ਰੀਤਾਂ, ਨਾ ਮੈਂ ਪਾਕਾਂ ਵਿੱਚ ਪਲੀਤਾਂ, ਨਾ ਮੈਂ ਮੂਸਾ ਨਾ ਫਿਰੌਨ, ਬੁੱਲਾ ਕੀ ਜਾਣਾ ਮੈਂ ਕੌਣ। ਮੋਮਨ ਸ਼ਬਦ ਦਾ ਅਰਥ ਹੈ ਮੁਸਲਮਾਨੀ ਸ਼ਰ੍ਹਾ ਦਾ ਪਾਬੰਦ ਜਾਂ ਮੁਸਲਮਾਨ। ਕੁਫਰ ਸ਼ਬਦ ਦਾ ਅਰਥ ਹੈ ਝੂਠ। ਪਾਕਾਂ ਸ਼ਬਦ ਦਾ ਅਰਥ ਹੈ ਪਵਿੱਤਰ ਲੋਕ। ਪਲੀਤਾ ਸ਼ਬਦ ਦਾ ਅਰਥ ਹੈ ਅਪਵਿੱਤਰ ਲੋਕ ਜਾਂ ਪਾਪੀ। ਮੂਸਾ ਦਾ ਅਰਥ ਹੈ ਯਹੂਦੀਆਂ ਦਾ ਧਰਮ ਗੁਰੂ ਜੋ ਹਜ਼ਰਤ ਈਸਾ ਤੋਂ 1200 ਵਰ੍ਹੇ ਪਹਿਲਾਂ ਹੋਇਆ। ਫਿਰੌਨ ਮਿਸਰ ਦਾ ਇੱਕ ਹੰਕਾਰੀ ਤੇ ਜ਼ਾਲਮ ਬਾਦਸ਼ਾਹ ਸੀ ਜਿਸ ਦਾ ਮਾਣ ਮੂਸਾ ਨੇ ਤੋੜਿਆ ਸੀ। ਬੁੱਲੇ ਸ਼ਾਹ ਜੀ ਆਖਦੇ ਹਨ ਕਿ ਨਾ ਮੇਰੀ ਮੈਂ ਮਸੀਤਾਂ ਵਿੱਚ ਰਹਿਣ ਵਾਲਾ ਮੁਸਲਮਾਨੀ ਸ਼ਰ੍ਹਾ ਦਾ ਪਾਬੰਦ ਮੋਮਨ ਹੋਣ ਵਿੱਚ ਹੈ ਅਤੇ ਨਾ ਹੀ ਧਰਮ ਦੀਆਂ ਝੂਠੀਆਂ ਰੀਤਾਂ ਵਿੱਚ ਵਿਸ਼ਵਾਸ ਰੱਖਣ ਵਿੱਚ ਹੈ। ਨਾ ਹੀ ਮੇਰੀ ਮੈਂ ਆਪਣੇ ਆਪ ਨੂੰ ਪਵਿੱਤਰ ਲੋਕਾਂ ਵਿੱਚ ਗਿਣਨ ਕਰਕੇ ਹੈ ਅਤੇ ਨਾ ਹੀ ਆਪਣੇ ਆਪ ਨੂੰ ਅਪਵਿੱਤਰ ਲੋਕਾਂ ਵਿੱਚ ਗਿਣਨ ਕਰਕੇ ਹੈ। ਨਾ ਮੇਰੀ ਮੈਂ ਮਿਸਰ ਦੇ ਬਾਦਸ਼ਾਹ ਫਰੌਨ ਵਾਂਗ ਹੰਕਾਰੀ ਹੋਣ ਵਿੱਚ ਹੈ ਅਤੇ ਨਾ ਹੀ ਫਿਰੌਨ ਦਾ ਮਾਣ ਤੋੜਨ ਵਾਲਾ ਮੂਸਾ ਹੋਣ ਵਿੱਚ ਹੈ। ਮੈਂ ਨਹੀਂ ਜਾਣਦਾ ਕਿ ਮੇਰੀ ਮੈਂ ਕੀ ਹੈ। ਨਾ ਮੈਂ ਅੰਦਰ ਵੇਦ ਕਿਤਾਬਾਂ, ਨਾ ਮੈਂ ਭੰਗਾਂ ਵਿੱਚ ਸ਼ਰਾਬਾਂ, ਨਾ ਵਿੱਚ ਰਿੱਧਾਂ ਮਸਤ ਖਰਾਬਾਂ, ਨਾ ਵਿੱਚ ਜਾਗਣ, ਨਾ ਵਿੱਚ ਸੌਣ, ਬੁੱਲਾ ਕੀ ਜਾਣਾ ਮੈਂ ਕੌਣ। ਵੇਦ ਸ਼ਬਦ ਦਾ ਅਰਥ ਹੈ ਹਿੰਦੂ ਧਰਮ ਦੇ 4 ਵੇਦ। ਕਿਤਾਬਾਂ ਸ਼ਬਦ ਦਾ ਅਰਥ ਹੈ ਇਸਲਾਮ ਦੇ ਧਰਮ ਗ੍ਰੰਥ। ਰਿੱਧਾਂ ਸ਼ਬਦ ਦਾ ਅਰਥ ਹੈ ਮਲੰਗਾਂ। ਮਸਤ ਖਰਾਬਾਂ ਦਾ ਅਰਥ ਹੈ ਸ਼ਰਾਬ ਦੇ ਨਸ਼ੇ ਵਿੱਚ ਬਦਮਸਤ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਨਾ ਮੇਰੀ ਮੈਂ ਵੇਦ ਪੜ੍ਹਨ ਵਾਲਿਆਂ ਵਿੱਚੋਂ ਹੋਣ ਕਰਕੇ ਹੈ ਅਤੇ ਨਾ ਹੀ ਕੁਰਾਨ ਪੜ੍ਹਨ ਵਾਲਿਆਂ ਵਿੱਚੋਂ ਹੋਣ ਕਰਕੇ ਹੈ। ਨਾ ਮੇਰੀ ਮੈਂ ਭੰਗ ਜਾਂ ਸ਼ਰਾਬ ਪੀਣ ਵਾਲਿਆਂ ਵਿੱਚੋਂ ਹੋਣ ਕਰਕੇ ਹੈ, ਨਾ ਮਲੰਗਾਂ ਵਿੱਚੋਂ ਹੋਣ ਕਰਕੇ ਹੈ ਅਤੇ ਨਾ ਹੀ ਨਸ਼ਾ ਪੀ ਕੇ ਬਦਮਸਤ ਹੋਣ ਵਾਲਿਆਂ ਵਿੱਚੋਂ ਹੈ। ਨਾ ਮੇਰੀ ਮੈਂ ਜਗਰਾਤੇ ਕੱਟਣ ਵਾਲਿਆਂ ਵਿੱਚੋਂ ਹੋਣ ਕਰਕੇ ਹੈ ਅਤੇ ਨਾ ਸੁੱਤੇ ਰਹਿਣ ਵਾਲਿਆਂ ਵਿੱਚੋਂ ਹੋਣ ਕਰਕੇ ਹੈ। ਮੈਂ ਨਹੀਂ ਜਾਣਦਾ ਕਿ ਮੇਰੀ ਮੈਂ ਕੀ ਹੈ। ਨਾ ਵਿੱਚ ਸ਼ਾਦੀ, ਨਾ ਗਮਨਾਕੀ, ਨਾ ਮੈਂ ਵਿੱਚ ਪਲੀਤੀ ਪਾਕੀ, ਨਾ ਮੈਂ ਆਬੀ, ਨਾ ਮੈਂ ਖਾਕੀ, ਨਾ ਮੈਂ ਆਤਸ਼, ਨਾ ਮੈਂ ਪੌਣ, ਬੁੱਲਾ ਕੀ ਜਾਣਾ ਮੈਂ ਕੌਣ। ਸ਼ਾਦੀ ਦਾ ਅਰਥ ਹੈ ਖੁਸ਼ੀ। ਗਮਨਾਕੀ ਸ਼ਬਦ ਦਾ ਅਰਥ ਹੈ ਗਮੀ, ਦੁੱਖ। ਪਲੀਤੀ ਸ਼ਬਦ ਦਾ ਅਰਥ ਹੈ ਗੰਦਗੀ ਜਾਂ ਅਪਵਿੱਤਰ। ਪਾਕੀ ਸ਼ਬਦ ਦਾ ਅਰਥ ਹੈ ਪਵਿੱਤਰ। ਆਬੀ ਸ਼ਬਦ ਦਾ ਅਰਥ ਹੈ ਪਾਣੀ ਦਾ ਬਣਿਆ ਹੋਇਆ। ਖਾਕੀ ਸ਼ਬਦ ਦਾ ਅਰਥ ਹੈ ਮਿੱਟੀ ਦਾ ਬਣਿਆ ਹੋਇਆ। ਆਤਸ਼ ਸ਼ਬਦ ਦਾ ਅਰਥ ਹੈ ਅੱਗ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਨਾ ਤਾਂ ਮੇਰੀ ਮੈਂ ਖੁਸ਼ੀਆਂ ਮਾਣਨ ਵਾਲਿਆਂ ਵਿੱਚ ਹੈ
ਅਤੇ ਨਾ ਹੀ ਗਮਗੀਨ ਰਹਿਣ ਵਾਲਿਆਂ ਵਿੱਚ ਹੈ। ਨਾ ਮੇਰੀ ਮੈਂ ਪਵਿੱਤਰ ਲੋਕਾਂ ਵਿੱਚ ਹੈ ਅਤੇ ਨਾ ਹੀ ਅਪਵਿੱਤਰ ਲੋਕਾਂ ਵਿੱਚ ਹੈ। ਨਾ ਮੇਰੀ ਮੈਂ ਪਾਣੀ ਦਾ ਬਣਿਆ ਹੋਇਆ ਹੋਣ ਵਿੱਚ ਹੈ ਅਤੇ ਨਾ ਹੀ ਮਿੱਟੀ ਦਾ ਬਣਿਆ ਹੋਣ ਵਿੱਚ ਹੈ। ਨਾ ਮੇਰੀ ਮੈਂ ਅੱਗ ਦਾ ਬਣਿਆ ਹੋਣ ਵਿੱਚ ਹੈ ਅਤੇ ਨਾ ਹੀ ਹਵਾ ਦਾ ਬਣਿਆ ਹੋਣ ਵਿੱਚ ਹੈ। ਇਸ ਤਰ੍ਹਾਂ ਮੈਂ ਨਹੀਂ ਜਾਣਦਾ ਕਿ ਮੇਰੀ ਮੈਂ ਕੀ ਹੈ। ਨਾ ਮੈਂ ਅਰਬੀ, ਨਾ ਲਾਹੌਰੀ, ਨਾ ਮੈਂ ਹਿੰਦੀ ਸ਼ਹਿਰ ਨਗੌਰੀ, ਨਾ ਮੈਂ ਹਿੰਦੂ ਤੁਰਕ ਪਸ਼ੌਰੀ, ਨਾ ਮੈਂ ਰਹਿੰਦਾ ਵਿੱਚ ਨਦੌਣ, ਬੁੱਲਾ ਕੀ ਜਾਣਾ ਮੈਂ ਕੌਣ। ਸ਼ਹਿਰ ਨਗੌਰੀ ਦਾ ਅਰਥ ਹੈ ਨਗੌਰ ਸ਼ਹਿਰ ਦਾ ਵਾਸੀ, ਜਿਵੇਂ ਪੰਜਾਬ ਦਾ ਰਹਿਣ ਵਾਲਾ ਪੰਜਾਬੀ, ਉਸੇ ਤਰ੍ਹਾਂ ਨਗੌਰ ਸ਼ਹਿਰ ਦਾ ਵਾਸੀ ਨਗੌਰੀ। ਨਦੌਣ ਜ਼ਿਲ੍ਹਾ ਕਾਂਗੜਾ ਦਾ ਇੱਕ ਸ਼ਹਿਰ ਹੈ ਜਿੱਥੇ ਸੂਫੀਆਂ ਦਾ ਪ੍ਰਸਿੱਧ ਤਕੀਆ ਹੈ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਨਾ ਮੇਰੀ ਮੈਂ ਅਰਬ ਦਾ ਰਹਿਣ ਵਾਲਾ ਹੋਣ ਵਿੱਚ ਹੈ ਅਤੇ ਨਾ ਮੇਰੀ ਮੈਂ ਲਾਹੌਰ ਦਾ ਰਹਿਣ ਵਾਲਾ ਹੋਣ ਵਿੱਚ ਹੈ। ਨਾ ਮੇਰੀ ਮੈਂ ਹਿੰਦੀ ਹੋਣ ਵਿੱਚ ਹੈ ਅਤੇ ਨਾ ਹੀ ਨਗੌਰ ਸ਼ਹਿਰ ਦਾ ਰਹਿਣ ਵਾਲਾ ਹੋਣ ਵਿੱਚ ਹੈ। ਨਾ ਮੇਰੀ ਮੈਂ ਹਿੰਦੂ ਹੋਣ ਵਿੱਚ, ਨਾ ਪਸ਼ੌਰੀ ਤੁਰਕ ਹੋਣ ਵਿੱਚ ਅਤੇ ਨਾ ਹੀ ਨਦੌਣ ਦੇ ਸੂਫੀ ਤਕੀਏ ਨਾਲ ਸੰਬੰਧ ਰੱਖਣ ਵਿੱਚ ਹੈ। ਇਸ ਤਰ੍ਹਾਂ ਮੈਂ ਨਹੀਂ ਜਾਣਦਾ ਕਿ ਮੇਰੀ ਮੈਂ ਕੀ ਹੈ। ਨਾ ਮੈਂ ਭੇਦ ਮਜ਼ਹਬ ਦਾ ਪਾਇਆ, ਨਾ ਮੈਂ ਆਦਮ ਹਵਾ ਜਾਇਆ, ਨਾ ਮੈਂ ਆਪਣਾ ਨਾਮ ਧਰਾਇਆ, ਨਾ ਵਿੱਚ ਬੈਠਣ ਨਾ ਵਿੱਚ ਪਾਉਣ, ਬੁੱਲਾ ਕੀ ਜਾਣਾ ਮੈਂ ਕੌਣ। ਆਦਮ ਹਵਾ ਦਾ ਅਰਥ ਹੈ ਸੰਸਾਰ ਦੇ ਪਹਿਲੇ ਆਦਮੀ ਤੇ ਤੀਵੀ, ਜਿਨ੍ਹਾਂ ਨੂੰ ਰੱਬ ਨੇ ਆਪਣੇ ਸਵਰਗ ਵਿੱਚੋਂ ਕੱਢ ਕੇ ਧਰਤੀ ਤੇ ਸੁੱਟ ਦਿੱਤਾ ਸੀ ਤੇ ਕਿਹਾ ਜਾਂਦਾ ਹੈ ਕਿ ਉਹ ਦੋਹਾਂ ਦੀ ਔਲਾਦ ਇਹ ਸਾਰੀ ਸ੍ਰਿਸ਼ਟੀ ਹੈ। ਨਾ ਵਿੱਚ ਬੈਠਣ ਨਾ ਵਿੱਚ ਪਾਉਣ ਦਾ ਅਰਥ ਹੈ ਫਕੀਰ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਡੇਰਾ ਲਾ ਕੇ ਬੈਠਣ ਵਾਲੇ ਜਿਨ੍ਹਾਂ ਨੂੰ ਕੁਟੀਚਰ ਕਿਹਾ ਜਾਂਦਾ ਹੈ ਅਤੇ ਦੂਸਰੇ ਥਾਂ ਥਾਂ ਘੁੰਮਣ ਵਾਲੇ ਜਿਨ੍ਹਾਂ ਨੂੰ ਜੰਗਮ ਕਿਹਾ ਜਾਂਦਾ ਹੈ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਮੇਰੀ ਮੈਂ ਧਰਮ ਦਾ ਭੇਤ ਪਾਉਣ ਵਿੱਚ ਨਹੀਂ, ਕਿਉਂਕਿ ਮੈਂ ਇਸ ਉੱਚੀ ਅਵਸਥਾ ਤੇ ਨਹੀਂ ਪੁੱਜਿਆ। ਤੇ ਕੀ ਕਹਿੰਦੇ ਹਨ ਬੁੱਲੇ ਸ਼ਾਹ ਜੀ, ਮੇਰੀ ਮੈਂ ਬਾਬੇ ਆਦਮ ਤੇ ਮਾਈ ਹਵਾ ਦਾ ਪੁੱਤਰ ਹੋਣ ਵਿੱਚ ਵੀ ਨਹੀਂ, ਨਾ ਮੇਰੀ ਮੈਂ ਇਸ ਸੰਸਾਰ ਵਿੱਚ ਆਪਣਾ ਵੱਡਾ ਨਾਂ ਧਰਾਉਣ ਵਿੱਚ ਹੈ। ਮੇਰੀ ਮੈਂ ਨਾ ਇੱਕ ਥਾਂ ਡੇਰਾ ਲਾਉਣ ਵਾਲੇ ਫਕੀਰਾਂ ਵਿੱਚ ਹੈ ਅਤੇ ਨਾ ਹੀ ਘੁੰਮਣ ਵਾਲਿਆਂ ਵਿੱਚੋਂ ਹੈ। ਮੈਂ ਨਹੀਂ ਜਾਣਦਾ ਕਿ ਮੇਰੀ ਮੈਂ ਕੀ ਹੈ। ਅਵਲ ਆਖਰ ਆਪ ਨੂੰ ਜਾਣਾ, ਨਾ ਕੋਈ ਦੂਜਾ ਹੋਰ ਪਛਾਣਾ, ਮੇਥੋਂ ਹੋਰ ਨਾ ਕੋਈ ਸਿਆਣਾ, ਬੁੱਲਾ ਸ਼ਾਹ ਖੜਾ ਹੈ ਕੌਣ, ਬੁੱਲਾ ਕੀ ਜਾਣਾ ਮੈਂ ਕੌਣ। ਅਵਲ ਆਖਰ ਦਾ ਅਰਥ ਹੈ ਸ਼ੁਰੂ ਤੋਂ ਅਖੀਰ ਤੱਕ। ਸਿਆਣਾ ਸ਼ਬਦ ਦਾ ਅਰਥ ਹੈ ਪਛਾਣਾ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਹੇ ਪ੍ਰਭੂ, ਮੇਰੀ ਮੈਂ ਕਿਸੇ ਸਥਿਤੀ ਵਿੱਚ ਵੀ ਮੌਜੂਦ ਨਹੀਂ। ਮੈਂ ਸ਼ੁਰੂ ਤੋਂ ਅੰਤ ਤੱਕ ਇੱਕ ਤੈਨੂੰ ਹੀ ਜਾਣਦਾ ਹਾਂ ਤੇ ਤੇਥੋਂ ਬਿਨਾਂ ਮੈਂ ਕਿਸੇ ਹੋਰ ਨੂੰ ਨਹੀਂ ਪਛਾਣਦਾ। ਮੇਥੋਂ ਤੇਰੇ ਬਿਨਾਂ ਕਿਸੇ ਹੋਰ ਦੀ ਪਛਾਣ ਹੀ ਨਹੀਂ ਹੁੰਦੀ ਤੇ ਬੁੱਲੇ ਸ਼ਾਹ ਦੀ ਹਸਤੀ ਤੇਰੇ ਸਾਹਮਣੇ ਕੁਝ ਵੀ ਨਹੀਂ। ਮੈਂ ਨਹੀਂ ਜਾਣਦਾ ਕਿ ਮੇਰੀ ਮੈਂ ਕੀ ਹੈ। ਮੇਰੀ ਮੈਂ ਅਸਲ ਵਿੱਚ ਤੂੰ ਹੀ ਹੈ। ਇਹ ਸੀ ਬੁੱਲੇ ਸ਼ਾਹ ਦੀ ਕਾਫੀ, ਬੁੱਲਾ ਕੀ ਜਾਣਾ ਮੈਂ ਕੌਣ।
इस काफ़ी का केंद्री ਜਾਂ ਅੰਤਰੀਵ ਭਾਵ ਇਹ है कि सूफी रहस्यवादी अनुभव राही रब नाल एक मिकता नूं प्राप्त करके मनुख दी अपनी मैं दी किसी स्थिति विच भी कोई होंद नहीं रहिंदी अते उस नूं अपनी मैं समेत सारा संसार रब दा रूप ही दिखाई दिंदा है। बुल्ले शाह जी दी अगली काफ़ी का नाम है इश्क दी नवीओं नवी बहार। फूक मुसल्ला पन सिट लोटा ना फड़ तस्बी कासा सोटा आलिम कहंदा दे होका तरक हलालों खा मुरदार इश्क दी नवीओं नवी बहार। इस काफ़ी विच बुल्ले शाह ने अपने सूफी विचारां अनुसार कर्म कांड का खंडन किया है अते इश्क द्वारा प्राप्त होने वाली रूहानी अवस्था की महिमा गाई है। मुसल्ला शब्द का अर्थ है नमाज पढ़न का आसन। तस्बी शब्द का अर्थ है माला। कासा शब्द का अर्थ है प्याला। आलिम शब्द का अर्थ है पढ़िया होया जां विद्वान जां इल्म वाला। तर्क शब्द का अर्थ है दलील। हलाल शब्द का अर्थ है जायज़ जां धर्म की कमाई। मुरदार शब्द का अर्थ है हराम। बुल्ले शाह जी आखते हैं कि सफ नूं फूक दिओ अते लोटे नूं भन्न दिओ। फकीरी दे चिन्हां माला कचकौल ते सोटा आदि फड़न की भी जरूरत नहीं। रब्बी ज्ञान का जानकार आखदा है कि सारे संसार विच इन्हां विचारां दा होका दे देवो कि हलाल जां हराम दे झगड़े विच ना पवो। रब्बी इश्क दी बहार नवीओ नवी है अर्थात रब दे आशक बंधना की परवाह नहीं करते अते ओह उच्ची अवस्था दे विच विचरदे हन। उमर गवाई विच मसीती अंदर भरिया नाल पलीती कदे नमाज वहदत ना कीती हुण क्यों करना है धाड़ो धाड़ इश्क दी नवीओ नवी बहार। पलीती शब्द का अर्थ है गंदगी। वहदत शब्द का अर्थ है रब नाल एक मिकता का अनुभव जां रब्बी एकता। बुल्ले शाह जी आखते हैं कि बंदा सारी उम्र पवित्र मसीत विच गुजारदा है पर नेक अमल ना करन करके उसदा अंदर गुनाहां दी अपवित्रता नाल भरिया हुंदा है। ओह कदे सच्चे दिलों रब दी बंदगी नहीं करदा पर पिछों उसनूं हफड़ा दफड़ी पैंदी है। रब्बी इश्क दी बहार नवीओ नवी है। रब्बी आशक अजिहे दिखावे नहीं करते सगों ओह इश्क तो प्राप्त होने वाली रब्बी एक मिकता दी बहार नूं माणदे हन। जां मैं सबक इश्क दा पढ़िया मसजद कोलों जिउड़ा डरिया भज भज ठाकर द्वारे वड़िया घर विच पाया महरम जार इश्क दी नवीओ नवी बहार। जिउड़ा शब्द का अर्थ है दिल जां मन। महरम यार शब्द का अर्थ है प्यारा। बुल्ले शाह जी आखते हैं कि जदों मैं अपने मुर्शद पासों रब्बी इश्क का सबक लिया तां मेरा दिल डरन लग पिया अते वह भज के ठाकुर द्वारे विच जा वड़िया परंतु रब उत्थे भी नहीं सी। असल विच ओह मेरे अपने हिरदे घर विच वसदा है। रब्बी आशकां नूं रब अपने हिरदे विचों ही मिलदा है। जां मैं रमज इश्क दी पाई मैना तूती मार गवाई अंदर बाहर होई सफाई जित वल वेखां यारो यार इश्क दी नवीओ
ਨਵੀਂ ਬਹਾਰ। ਰਮਜ ਸ਼ਬਦ ਦਾ ਅਰਥ ਹੈ ਭੇਤ ਜਾਂ ਰਾਜ। ਮੈਨਾ ਤੂਤੀ ਦਾ ਅਰਥ ਹੈ ਤੂੰ ਤੂੰ ਮੈਂ ਦਾ ਭੇਤ, ਜਿਸ ਨੂੰ ਅਸੀਂ ਹੰਕਾਰ ਵੀ ਕਹਿ ਸਕਦੇ ਹਾਂ। ਬੁੱਲੇ ਸ਼ਾਹ ਜੀ ਆਖਦੇ ਹਨ ਕਿ ਜਦੋਂ ਮੈਂ ਆਪਣੇ ਮੁਰਸ਼ਿਦ ਦੀ ਸਿੱਖਿਆ ਨਾਲ ਰੱਬੀ ਇਸ਼ਕ ਦਾ ਭੇਤ ਪਾ ਲਿਆ ਤਾਂ ਮੇਰੇ ਅੰਦਰੋਂ ਹਉਮੈ ਖਤਮ ਹੋ ਗਈ ਅਤੇ ਮੇਰੇ ਵਿੱਚ ਅਤੇ ਪਰਮਾਤਮਾ ਵਿੱਚ ਮੇਰਾ ਤੇਰਾ ਕੋਈ ਫਰਕ ਨਾ ਰਿਹਾ। ਅਰਥਾਤ ਉਹ ਤੇ ਮੈਂ ਇੱਕਮਿਕ ਹੋ ਗਏ। ਮੇਰੇ ਅੰਦਰ ਬਾਹਰ ਦੀ ਸਫਾਈ ਹੋ ਗਈ। ਮੇਰੇ ਸਾਰੇ ਭੁਲੇਖੇ ਨਿਕਲ ਗਏ। ਹੁਣ ਮੈਂ ਜਿੱਧਰ ਵੀ ਦੇਖਦਾ ਹਾਂ ਮੈਨੂੰ ਹਰ ਪਾਸੇ ਵੱਲ ਹੀ ਆਪਣਾ ਯਾਰ ਰੱਬ ਦਿਖਾਈ ਦਿੰਦਾ ਹੈ। ਇਸ ਪ੍ਰਕਾਰ ਰੱਬੀ ਇਸ਼ਕ ਦੀ ਬਹਾਰ ਨਵੀਂ ਨਵੀਂ ਹੈ। ਇਸ ਨੂੰ ਧਾਰਨ ਕਰਕੇ ਰੱਬੀ ਆਸ਼ਕ ਅਦਵੈਤਵਾਦ ਦੇ ਦਰਜੇ ਤੇ ਪਹੁੰਚ ਜਾਂਦੇ ਹਨ। ਹੀਰ ਰਾਂਝੇ ਦੇ ਹੋ ਗਏ ਮੇਲੇ, ਭੁੱਲੀ ਹੀਰ ਟੁਟੇਂਦੀ ਬੇਲੇ, ਰਾਂਝਣ ਯਾਰ ਬੁੱਕਲ ਵਿੱਚ ਖੇਲੇ, ਮੈਨੂੰ ਸੁੱਧ ਰਹੀ ਨਾ ਸਾਰ, ਇਸ਼ਕ ਦੀ ਨਵੀਓਂ ਨਵੀਂ ਬਹਾਰ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਮੁਰਸ਼ਿਦ ਪਾਸੋਂ ਪ੍ਰਭੂ ਦਾ ਗਿਆਨ ਹਾਸਲ ਹੋਣ ਨਾਲ ਮੇਰਾ ਆਪਣੇ ਪਿਆਰੇ ਪ੍ਰਭੂ ਨਾਲ ਇਸ ਤਰ੍ਹਾਂ ਮਿਲਾਪ ਹੋ ਗਿਆ ਜਿਸ ਤਰ੍ਹਾਂ ਰਾਂਝੇ ਅਤੇ ਹੀਰ ਦਾ ਮਿਲਾਪ ਹੋ ਗਿਆ ਹੋਵੇ। ਇਸ ਸਥਿਤੀ ਤੇ ਪਹੁੰਚਣ ਤੋਂ ਪਹਿਲਾਂ ਮੇਰੀ ਸਥਿਤੀ ਹੀਰ ਵਰਗੀ ਸੀ, ਜੋ ਕਿ ਭੁੱਲੀ ਭਟਕੀ ਰਾਂਝੇ ਨੂੰ ਜੰਗਲਾਂ ਵਿੱਚ ਢੂੰਡਦੀ ਸੀ, ਲੱਭਦੀ ਸੀ, ਪਰ ਰਾਂਝਾ ਤਾਂ ਉਸ ਦੀ ਬਗਲ ਵਿੱਚ ਨੇੜੇ ਹੀ ਖੇਡਦਾ ਸੀ। ਪਰ ਉਸ ਨੂੰ ਉਸ ਦੀ ਕੋਈ ਸੁੱਧ ਬੁੱਧ ਹੀ ਨਹੀਂ ਸੀ। ਇਸ਼ਕ ਦੁਆਰਾ ਆਪਣੇ ਪ੍ਰੀਤਮ ਨੂੰ ਪਾ ਕੇ ਰੱਬੀ ਆਸ਼ਕ ਇਸ਼ਕ ਦੀ ਨਵੀਂ ਬਹਾਰ ਦਾ ਆਨੰਦ ਮਾਣਦੇ ਹਨ। ਵੇਦ ਕੁਰਾਨਾਂ ਪੜ੍ਹ ਥੱਕੇ, ਸਿਜਦੇ ਕਰਦਿਆਂ ਘਸ ਗਏ ਮੱਥੇ, ਨਾ ਰੱਬ ਤੀਰਥ ਨਾ ਰੱਬ ਮੱਕੇ, ਜਿਨ ਪਾਇਆ ਤਿਨ ਨੂਰ ਅਨਵਾਰ, ਇਸ਼ਕ ਦੀ ਨਵੀਓਂ ਨਵੀਂ ਬਹਾਰ। ਇਸ ਕਾਫੀ ਵਿੱਚ ਬੁੱਲੇ ਸ਼ਾਹ ਨੇ ਆਪਣੇ ਸੂਫੀ ਵਿਚਾਰਾਂ ਅਨੁਸਾਰ ਕਰਮ ਕਾਂਡ ਦਾ ਖੰਡਨ ਕੀਤਾ ਹੈ। ਬੁੱਲੇ ਸ਼ਾਹ ਜੀ ਆਖਦੇ ਹਨ ਕਿ ਧਾਰਮਿਕ ਕਰਮ ਕਾਂਡੀ ਵੇਦਾਂ ਅਤੇ ਕੁਰਾਨਾਂ ਨੂੰ ਪੜ੍ਹ ਕੇ ਥੱਕ ਗਏ ਹਨ ਅਤੇ ਮੰਦਰਾਂ ਅਤੇ ਮਸੀਤਾਂ ਵਿੱਚ ਸਿਜਦੇ ਕਰਦਿਆਂ ਉਹਨਾਂ ਦੇ ਮੱਥੇ ਵੀ ਘਸ ਗਏ ਹਨ, ਪਰ ਉਹਨਾਂ ਦਾ ਜੀਵਨ ਨੇਕ ਨਾ ਹੋਣ ਕਰਕੇ ਉਹਨਾਂ ਨੂੰ ਰੱਬ ਨਾ ਤੀਰਥਾਂ ਵਿੱਚ ਮਿਲਦਾ ਹੈ ਅਤੇ ਨਾ ਹੀ ਉਹਨਾਂ ਨੂੰ ਰੱਬ ਮੱਕੇ ਵਿੱਚ ਮਿਲਦਾ ਹੈ। ਜਿਹੜਾ ਇਸ਼ਕ ਦੁਆਰਾ ਉਸ ਨੂੰ ਪਾ ਲੈਂਦਾ ਹੈ ਉਹ ਉਸ ਦੇ ਨੂਰ ਨਾਲ ਇੱਕਮਿਕ ਹੋ ਜਾਂਦਾ ਹੈ। ਰੱਬ ਦੇ ਆਸ਼ਕ ਇਸ਼ਕ ਦੁਆਰਾ ਉਸ ਨਾਲ ਇੱਕਮਿਕ ਹੋ ਕੇ ਨਵੀਂ ਬਹਾਰ ਦਾ ਆਨੰਦ ਮਾਣਦੇ ਹਨ। ਇਸ਼ਕ ਭੁਲਾਇਆ ਸਿਜਦਾ ਤੇਰਾ, ਹੁਣ ਕਿਉਂ ਐਵੇਂ ਪਾਵੇਂ ਝੇੜਾ, ਬੁੱਲਾ ਹੋ ਰੋ ਚੁੱਪ ਚੁਪੇੜਾ, ਚੱਕੀ ਸਗਲੀ ਕੂਕ ਪੁਕਾਰ, ਇਸ਼ਕ ਦੀ ਨਵੀਓਂ ਨਵੀਂ ਬਹਾਰ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਹੇ ਰੱਬਾ, ਤੇਰੇ ਇਸ਼ਕ ਨੇ ਮੈਨੂੰ ਕਰਮ ਕਾਂਡੀਆਂ ਵਾਂਗ ਸਿਜਦਾ ਕਰਨਾ ਭੁਲਾ ਦਿੱਤਾ ਹੈ। ਜਦੋਂ ਮੈਂ ਤੇਰੇ ਨਾਲ ਅਭੇਦ ਹੋ ਗਿਆ ਹਾਂ ਤਾਂ ਮੈਨੂੰ ਕਿਸੇ ਹੋਰ ਝਗੜੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਰਹੀ। ਹੁਣ ਮੈਨੂੰ ਚੁੱਪ ਕਰਕੇ ਬੈਠਣਾ ਚਾਹੀਦਾ ਹੈ। ਹੁਣ ਮੇਰੀ ਸਾਰੀ ਕੂਕ ਪੁਕਾਰ ਖਤਮ ਹੋ ਗਈ ਹੈ, ਕਿਉਂਕਿ ਮੈਨੂੰ ਪਤਾ ਲੱਗ ਚੁੱਕਾ ਹੈ ਕਿ ਰੱਬ ਤਾਂ ਮੇਰੇ ਅੰਦਰ ਹੀ ਵਸਦਾ ਹੈ। ਇਸ ਤਰ੍ਹਾਂ ਮੈਂ ਰੱਬੀ ਇਸ਼ਕ ਦੀ ਨਵੀਂ ਬਹਾਰ ਦਾ ਆਨੰਦ ਮਾਣ ਰਿਹਾ ਹਾਂ। ਇਹ ਸੀ ਬੁੱਲੇ ਸ਼ਾਹ ਦੀ ਕਾਫੀ ਇਸ਼ਕ ਦੀ ਨਵੀਓਂ ਨਵੀਂ ਬਹਾਰ। ਇਸ ਕਾਫੀ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਸੂਫੀ ਫਕੀਰ ਕਰਮ ਕਾਂਡ ਤੋਂ ਦੂਰ ਰਹਿੰਦਾ ਹੈ ਅਤੇ ਰੱਬ ਨਾਲ ਪਿਆਰ ਪਾ ਕੇ ਉਸ ਦੇ
इश्क दी नवीं बहार दा आनंद माणदा होया उस नाल इक मिक हो जाता है। बुल्ले शाह जी दी अगली काफ़ी दा नाम है तेरा नाम ध्याई दा साईं। तेरा नाम ध्याई दा साईं, तेरा नाम ध्याई दा, बुल्ले नालों चुल्हा चंगा, जिस पर ताम पकाई दा, रल फकीरां मजलस कीती, भोरा भोरा खाई दा। ध्याई दा शब्द का अर्थ है सिमरन करीदा है। ताम शब्द का अर्थ है रोटी जां खाना जां भोजन। मजलस शब्द का अर्थ है सभा जां इकट्ठे होके बैठन दी थां। बुल्ले शाह जी कहते हैं कि हे प्रभु, मैं केवल तेरे नाम दा ही सिमरन करदा हाँ। मैं तां एक बड़ी निकारी जई चीज़ हाँ। मेरे नालों तां चुल्हा ही चंगा है जिस उपर रोटी पकाई जाती है अते फकीर लोग एक दूजे दी संगत विच बैठ के भोरा भोरा खा के अपने ढिड नूं अपने पेट नूं आसरा दिंदे हन। रंगड़ नालों खिंगर चंगा, जिस पर पैर घसाई दा, बुल्ला शौ नूं सोई पावे, जो बकरा बने कसाई दा। रंगड़ शब्द का अर्थ है चौधरी जां आकड़ खान। खिंगर शब्द का अर्थ है सड़ी हुई जां आवे दी अग नाल बहुत सारियां इट्टां दा पग्गर के बनिया पत्थर दे आकार दा पिट्टा, उसनूं खिंगर कहा जाता है। बुल्ले शाह जी कहते हैं कि मैं तां किसे दे इन्ना कू भी काम आउण जोगा नहीं। मेरे विच रंगड़ वाली होमे भी नहीं, क्योंकि मैं रंगड़ नालों सड़ी हुई इट दे खिंगर नूं चंगा समझदा हाँ, जिस उत्ते पैरां नूं घसा के साफ किया जाता है। असल विच होमे वाला बंदा रब नूं पा नहीं सकदा। रब नूं ओहो ही पा सकदा है जो कसाई दे बकरे वांग कुर्बानी देण लई तैयार हो जावे। ये सी बुल्ले शाह दी काफ़ी तेरा नाम ध्याई दा साईं। तेरा नाम ध्याई दा साईं काफ़ी दा केंद्री जां अंतरीव भाव यह है कि मनुख नूं परमात्मा दा नाम ध्याउणा चाहिदा है अते निर्माणता नूं धारण करके रखना चाहिदा है। इश्क विच जान दी बाजी ला के ही मनुख परमात्मा नूं पा सकदा है। सो ये सन 10वीं जमात दे पंजाबी विषय दे पेपर ए विच शामिल सूफी काव दे कवि साईं बुल्ले शाह दियां काफ़ियां, जिन्हां विच वलवला राग मिठास अते मस्ती है, क्योंकि बुल्ले शाह बहुत भगती वाले अते मस्ती वाले सूफी फकीर सन। आप दी फकीरी ने ही आप नूं कवि बनाया सी। आप जी दियां रचनावां विच सोच, तड़प, बिरहा, हूक अते वैराग है। रचनावां विच पंजाबी मुहावरियां दा प्रयोग बड़े ही सुंदर ढंग नाल कीता गया है। बुल्ले शाह जी ने मनुख नूं रब दी भगती वल लगन अते सदाचारी जीवन जीउण दी प्रेरणा दित्ती है। धन्यवाद।